ਹੈਲੋ ਫਰੈਂਡਸ, ਵੈਲਕਮ ਟੂ ਮਾਈ ਚੈਨਲ ਈਕੋ ਟਿਊਟਰ। ਪਿਛਲੀ ਵੀਡੀਓ ਦੇ ਵਿੱਚ ਆਪਾਂ ਨੇ 11 ਕੁਐਸਚਨ ਕਵਰ ਕਰ ਲਏ ਸੀਗੇ। ਇਸ ਵੀਡੀਓ ਦੇ ਵਿੱਚ ਆਪਾਂ 12th ਕੁਐਸਚਨ ਪੜ੍ਹਨ ਜਾ ਰਹੇ ਹਾਂ। 12th ਕੁਐਸਚਨ ਕੀ ਹੈ? ਘਾਟੇ ਦੀ ਵਿੱਤ ਵਿਵਸਥਾ ਦੀ ਪਰਿਭਾਸ਼ਾ ਦਿਓ। ਘਾਟੇ ਦੀ ਵਿੱਤ ਵਿਵਸਥਾ ਦੱਸਣੀ ਆ। ਮੈਂ ਤੁਹਾਨੂੰ ਦੱਸਿਆ ਸੀ ਕਿਵੇਂ ਘਾਟੇ ਮਤਲਬ ਕਮੀ, ਵਿੱਤ ਦੀ ਵਿਵਸਥਾ ਮਤਲਬ ਪੈਸੇ ਦਾ ਪ੍ਰਬੰਧ ਕਰਨਾ। ਇਹਦੀ ਪਰਿਭਾਸ਼ਾ ਦੇਣੀ ਆ। ਇਸ ਦੇ ਅਧੀਨ ਕਿਹੜੇ ਤਰੀਕਿਆਂ ਨੂੰ ਸ਼ਾਮਿਲ ਕੀਤਾ ਜਾਂਦਾ, ਯਾਨੀ ਕਿ ਇਹਦੇ ਜਿਹੜੇ ਘਾਟੇ ਦੀ ਵਿੱਤ ਵਿਵਸਥਾ ਇਹਦੇ ਵਿੱਚ ਕਿਹੜੇ ਜੋ ਰਸਤੇ ਹੁੰਦੇ ਨੇ ਜਾਂ ਕਿਹੜੇ ਤਰੀਕੇ ਹੁੰਦੇ ਨੇ ਇਹਦੇ ਵਿੱਚ ਸ਼ਾਮਿਲ ਕੀਤੇ ਜਾਂਦੇ ਨੇ, ਠੀਕ ਹੈ ਜੀ, ਉਹ ਦੱਸਣਾ ਗਾ। ਡਾਕਟਰ VKR ਰਾਓ ਅਨੁਸਾਰ ਜਦੋਂ ਸਰਕਾਰ ਜਾਣ-ਬੁੱਝ ਕੇ ਸਰਵਜਨਕ ਆਮਦਨ ਅਤੇ ਖਰਚ ਵਿੱਚ ਫਰਕ ਅਤੇ ਬਜਟ ਵਿੱਚ ਘਾਟਾ ਪੈਦਾ ਕਰੇ, ਯਾਨੀ ਸਰਕਾਰ ਜਿਹੜੀ ਹੈਗੀ ਹੈ ਜਾਣ-ਬੁੱਝ ਕੇ ਜਾਂ ਫਿਰ ਕਈ ਵਾਰ ਬਜਟ ਜਿਹੜਾ ਹੈਗਾ ਉਹ ਘਾਟੇ ਦੇ ਵਿੱਚ ਬਣ ਜਾਵੇ, ਯਾਨੀ ਕਿ ਘਾਟੇ ਦੇ ਵਿੱਚ ਬਣ ਜਾਵੇ। ਕਹਿਣ ਦਾ ਮਤਲਬ ਹੈ ਕਿ ਖਰਚੇ ਵੱਧ ਜਾਣ ਔਰ ਆਮਦਨ ਘੱਟ ਜਾਵੇ। ਤਦ ਕੀ ਕਰਦੀ ਹੈ? ਤਦ ਇਸ ਸਥਿਤੀ ਨੂੰ ਆਪਾਂ ਕੀ ਕਹਾਂਗੇ ਕਿ ਉਸ ਸਮੇਂ ਜਿਹੜਾ ਬਜਟ ਹੈ ਉਹ ਘਾਟੇ ਦੇ ਵਿੱਚ ਬਣ ਗਿਆ ਆ। ਬਜਟ ਵਿੱਚ ਘਾਟਾ ਪੈਦਾ ਹੋ ਜਾਂਦਾ ਗਾ ਇਸ ਸਮੇਂ, ਤੇ ਇਸ ਘਾਟੇ ਨੂੰ ਪੂਰਾ ਕਰਨ ਦੇ ਜਿਹੜੇ ਕਈ ਢੰਗ ਨੇ। ਜਾਂ ਤਾਂ ਉਹ ਕਰਜ਼ੇ ਲੈ ਸਕਦੀ ਆ, ਪਰ ਜਦੋਂ ਉਹ ਰਿਜ਼ਰਵ ਬੈਂਕ ਨੂੰ ਕਹਿੰਦੀ ਹੈ ਨਵੇਂ ਨੋਟ ਛਾਪਣ ਲਈ, ਰਿਜ਼ਰਵ ਬੈਂਕ ਤੋਂ ਪੈਸੇ ਲੈਂਦੀ ਹੈ, ਤਾਂ ਇਸ ਨੂੰ ਹੀ ਘਾਟੇ ਦੀ ਵਿੱਤ ਵਿਵਸਥਾ ਕਿਹਾ ਜਾਂਦਾ ਗਾ, ਜਦੋਂ ਰਿਜ਼ਰਵ ਬੈਂਕ ਤੋਂ ਨਵੇਂ ਨੋਟ ਛਾਪਣ ਲਈ ਕਹਿੰਦੀ ਹੁੰਦੀ ਹੈ, ਠੀਕ ਹੈ ਜੀ। ਹੁਣ ਇਹਦੀ ਵਿਧੀਆ ਇਹਨਾਂ ਨੇ ਪੁੱਛਿਆ ਸੀ ਕਿ ਕੀ ਤਰੀਕੇ ਨੇ, ਠੀਕ ਹੈ, ਉਹ ਕਿਹੜੇ ਨੇ? ਸਰਕਾਰੀ ਬਜਟ ਦੇ ਘਾਟੇ ਨੂੰ ਪੂਰਾ ਕਰਨ ਦੇ ਲਈ ਜਦੋਂ ਹੇਠ ਲਿਖੇ ਤਰੀਕਿਆਂ ਵਿੱਚ ਕੋਈ ਇੱਕ ਤਰੀਕਾ ਅਪਣਾਇਆ ਜਾਂਦਾ ਹੈ। ਹੁਣ ਦੇਖੋ, ਜਦੋਂ ਬਜਟ ਘਾਟੇ ਵਿੱਚ ਚਲਾ ਜਾਂਦਾ ਨਾ, ਤਾਂ ਇਹਨੂੰ ਪੂਰਾ ਕਰਨ ਦੇ ਲਈ ਕਈ ਪ੍ਰਕਾਰ ਦੀਆਂ ਵਿਧੀਆਂ ਨੇ, ਪਰ ਜਿਹੜੀ ਵਿਧੀ ਦਾ ਪ੍ਰਯੋਗ ਕੀਤਾ ਜਾਂਦਾ ਨਵੇਂ ਨੋਟ ਛਾਪਣ ਦੇ ਲਈ, ਯਾਨੀ ਰਿਜ਼ਰਵ ਬੈਂਕ ਤੋਂ ਪੈਸੇ ਲੈਂਦੀ ਹੈ, ਤਾਂ ਉਹਨੂੰ ਹੀ ਘਾਟੇ ਦੀ ਵਿੱਤ ਵਿਵਸਥਾ ਕਹਿੰਦੇ ਨੇ, ਠੀਕ ਹੈ ਜੀ। ਹੁਣ ਇਹਦੇ ਕਈ ਤਰੀਕੇ ਨੇ ਘਾਟੇ ਨੂੰ ਪੂਰਾ ਕਰਨ ਦੇ ਲਈ, ਠੀਕ ਹੈ ਜੀ। ਤਾਂ ਇਹਦੇ ਵਿੱਚ ਜੋ ਫਸਟ ਤਰੀਕਾ ਜੋ ਆਪਾਂ ਪੜ੍ਹ ਰਹੇ ਹਾਂ ਇਹਦੇ ਵਿੱਚ ਉਹ ਕਿਹੜਾ ਹੈ ਕਿ ਸਰਕਾਰ ਕੀ ਕਰਦੀ ਹੈ? ਸਰਕਾਰ ਵੱਲੋਂ ਜਦੋਂ ਘਾਟੇ ਨੂੰ ਪੂਰਾ ਕਰਨ ਲਈ ਕੇਂਦਰੀ ਬੈਂਕ ਤੋਂ ਕਰਜ਼ਾ ਲਿਆ ਜਾਂਦਾ ਹੈ, ਤਾਂ ਇਹ ਕਰਜ਼ਾ ਜਿਹੜਾ ਹੈਗਾ ਕਿਵੇਂ ਕਰਦੀ ਹੈ ਰਿਜ਼ਰਵ ਬੈਂਕ? ਪੂਰਾ ਨਵੇਂ ਨੋਟ ਛਾਪ ਕੇ, ਠੀਕ ਹੈ ਜੀ। ਪਹਿਲਾ ਤਰੀਕਾ ਤੇ ਐਵੇਂ ਆ ਗਿਆ ਕਿ ਉਹ ਕੀ ਕਰੂਗੀ? ਰਿਜ਼ਰਵ ਬੈਂਕ ਤੋਂ ਕਰਜ਼ਾ ਲੈ ਲੂਗੀ। ਇਹ ਪਹਿਲਾ ਤਰੀਕਾ ਆ ਗਿਆ, ਠੀਕ ਹੈ ਜੀ। ਸੈਕੰਡ ਤਰੀਕਾ ਕਿਹੜਾ ਆ ਗਿਆ ਕਿ ਸਰਕਾਰੀ ਖਜ਼ਾਨੇ ਵਿੱਚ ਪਈ ਨਕਦੀ ਜਮ੍ਹਾਂ ਕਢਵਾ ਕੇ ਘਾਟੇ ਨੂੰ ਪੂਰਾ ਕਰ। ਹੁਣ ਜਿਹੜੀ ਸਰਕਾਰ ਕੋਲ ਬਚਤਾਂ ਵੀ ਜਮ੍ਹਾਂ ਹੁੰਦੀਆਂ ਨੇ ਜਾਂ ਖਜ਼ਾਨੇ ਹੁੰਦੇ ਨੇ, ਉਹਦੇ ਵਿੱਚ ਕੀ ਕਰੂਗੀ? ਉਹ ਘਾਟੇ ਨੂੰ ਪੂਰਾ ਕਰਨ ਦੇ ਲਈ ਪ੍ਰਯੋਗ ਕਰ ਲੂਗੀ ਉਹਨਾਂ ਨੂੰ। ਸਰਕਾਰ ਵੱਲੋਂ ਰਿਜ਼ਰਵ ਬੈਂਕ ਦੁਆਰਾ ਜਾਰੀ ਕੀਤੀ ਗਈ ਮਾਤਰਾ ਤੋਂ ਇਲਾਵਾ ਨਵੀਂ ਮੁਦਰਾ ਜਾਰੀ ਕਰਨਾ, ਯਾਨੀ ਕਿ ਰਿਜ਼ਰਵ ਬੈਂਕ ਤੋਂ ਕਰਜ਼ਾ ਲੈਣ ਤੋਂ ਇਲਾਵਾ ਹੋਰ ਕੀ ਕਰ ਸਕਦੀ ਹੈ? ਉਹਨੂੰ ਮੁਦਰਾ ਦੀ ਪੂਰਤੀ ਨੂੰ ਵਧਾਉਣ ਦੇ ਲਈ ਉਹਨੂੰ ਨਵੇਂ ਮੁਦਰਾ ਨੂੰ ਜਾਰੀ ਕਰ ਸਕਦੀ ਹੈ, ਠੀਕ ਹੈ ਜੀ। ਅਗਲਾ ਕੀ ਹੈ? ਇਹਨਾਂ ਤਿੰਨੇ ਤਰੀਕਿਆਂ ਨਾਲ ਦੇਸ਼ ਵਿੱਚ ਮੁਦਰਾ ਦੀ ਮਾਤਰਾ ਵਿੱਚ ਵਾਧਾ ਹੁੰਦਾ ਗਾ। ਇਹ ਤਿੰਨੇ ਤਰੀਕੇ ਨਾਲ ਦੇਖੇ ਕਿ ਮੁਦਰਾ ਵਿੱਚ ਵਾਧਾ ਹੁੰਦਾ ਗਾ। ਇਸ ਦੇ ਫਲਸਰੂਪ ਕੀਮਤਾਂ ਦੇ ਵਧਣ ਦੀ ਆਮ ਸੰਭਾਵਨਾ ਹੁੰਦੀ। ਦੇਖਿਓ, ਇਹਦੇ ਵਿੱਚ ਵੀ ਕਿ ਰਿਜ਼ਰਵ ਬੈਂਕ ਤੋਂ ਕਰਜ਼ਾ ਲਊਗੀ ਤਾਂ ਨਵੇਂ ਨੋਟ ਛਾਪੂਗੀ, ਤੇ ਇਹਦੇ ਵਿੱਚ ਵੀ ਮੁਦਰਾ ਵਧੀ। ਇਹਦੇ ਵਿੱਚ ਕੀ ਕਰੂਗੀ? ਉਹ ਜਿਹੜਾ ਬੈਂਕ ਜਿਹੜੀ ਸਰਕਾਰ ਕੋਲ ਉਹਦੇ ਕੋਲ ਜਿਹੜੀ ਜਮਾਵਾਂ ਨੇ ਉਹਦਾ ਪ੍ਰਯੋਗ ਕਰੂਗੀ, ਤਦ ਵੀ ਵਧਣਗੀ ਮੁਦਰਾ ਦੀ ਮਾਤਰਾ। ਤੇ ਜਦੋਂ ਉਹ ਕੀ ਕਰੂਗੀ? ਨਵੇਂ ਨੋਟ ਜਾਰੀ ਕਰੂਗੀ, ਤਦ ਵੀ ਮੁਦਰਾ ਦੀ ਮਾਤਰਾ ਵਧੂਗੀ। ਤਾਂ ਇਹਦੇ ਨਾਲ ਦੱਸੋ, ਹੁਣ ਜੇ ਮੁਦਰਾ ਹੀ ਮੁਦਰਾ ਹੋ ਜੂਗੀ ਤਾਂ ਕੀਮਤਾਂ ਵਧਣਗੀਆਂ ਨਾ, ਕਿਉਂਕਿ ਸਾਰੇ ਕੋਲ ਪੈਸੇ ਆ ਜਾਣਗੇ, ਡਿਮਾਂਡ ਕਰਨਗੇ ਫਿਰ ਤਾਂ ਉਹ ਚੀਜ਼ਾਂ ਦੀ ਜਦੋਂ ਸਪਲਾਈ ਘੱਟ ਹੋਊਗੀ ਤਦ ਕੀ ਹੋਊਗਾ? ਕੀਮਤਾਂ ਵਧਣ ਲੱਗ ਜਾਣਗੀਆਂ। ਘਾਟੇ ਦੀ ਵਿੱਤ ਵਿਵਸਥਾ ਦਾ ਵਧੇਰੇ ਹਿੱਸਾ ਰਿਜ਼ਰਵ ਬੈਂਕ ਤੋਂ ਰੁਪਇਆ ਉਧਾਰ ਲੈ ਕੇ ਪੂਰਾ ਕੀਤਾ ਜਾਂਦਾ, ਠੀਕ ਹੈ ਜੀ। ਇਹ ਵਧੇਰਾ ਹਿੱਸਾ ਕਿਵੇਂ ਪੂਰਾ ਕੀਤਾ ਜਾਂਦਾ? ਰਿਜ਼ਰਵ ਬੈਂਕ ਤੋਂ ਲੈ ਕੇ, ਠੀਕ ਹੈ ਜੀ। ਇਹ ਸੀਗਾ ਆਪਣਾ 12th ਕੁਐਸਚਨ। ਨਾਓ ਆਪਣਾ ਨੈਕਸਟ ਕੁਐਸਚਨ ਜੋ ਹੈ ਉਹ ਹੈ ਸਾਰਵਜਨਿਕ ਵਿੱਤ ਤੋਂ ਤੁਹਾਡਾ ਕੀ ਭਾਵ ਹੈ? ਪ੍ਰਤੱਖ ਅਪ੍ਰਤੱਖ ਕਰਾਂ ਦੀ ਉਦਾਹਰਨ ਸਹਿਤ ਵਿਆਖਿਆ ਕਰੋ। ਜਿਹੜੇ ਆਪਣੇ ਟੈਕਸ ਦੇ ਦੋ ਟਾਈਪਸ ਪੜ੍ਹੇ ਸੀਗੇ, ਪ੍ਰਤੱਖ ਅਪ੍ਰਤੱਖ, ਉਹਦੀ ਟਾਈਪਸ ਉਹ ਦੱਸਣੀ ਆ, ਪਰਿਭਾਸ਼ਾ ਦੱਸਣੀ ਆ, ਠੀਕ ਹੈ, ਕੀ ਹੁੰਦੀ ਹੈ, ਔਰ ਵਿੱਤ ਵਿਵਸਥਾ ਦੱਸਣੀ ਹੈ ਕਿ ਕੀ ਸਾਰਵਜਨਿਕ ਵਿੱਤ ਦੱਸਣਾ ਵੀ ਕੀ ਹੁੰਦਾ। ਸਾਰਵਜਨਿਕ ਮਤਲਬ ਸਰਕਾਰ ਦੀ, ਵਿੱਤ ਮਤਲਬ ਜੋ ਪੈਸਾ ਹੈ, ਠੀਕ ਹੈ। ਸਾਰਵਜਨਿਕ ਵਿੱਤ ਤੋਂ ਭਾਵ ਹੈ ਕਿਸੇ ਦੇਸ਼ ਦੀ ਸਰਕਾਰ ਦੇ ਵਿੱਤੀ ਸਾਧਨਾਂ ਅਰਥਾਤ ਆਮਦਨ ਅਤੇ ਖਰਚ ਤੋਂ ਹੈ। ਸਰਕਾਰ ਦੇ ਵਿੱਤੀ ਸਾਧਨ ਹੋ ਸਕਦੇ ਨੇ, ਜ਼ਰੂਰ ਨਹੀਂ ਹੈਗਾ ਪੈਸਾ ਹੀ ਹੈ, ਵਿੱਤੀ ਸਾਧਨ ਹੋ ਸਕਦੇ ਨੇ, ਅਰਥਾਤ ਆਮਦਨ ਹੋ ਸਕਦੀ ਹੈ, ਖਰਚ ਹੋ ਸਕਦੇ ਹਨ। ਇਹ ਸਾਰੇ ਜਿੰਨੇ ਵੀ ਸਰਕਾਰ ਦੇ ਆਮਦਨ ਤੇ ਖਰਚ ਹੁੰਦੇ ਨੇ ਉਹ ਸਾਰੇ ਸਰਕਾਰ ਦੀ ਵਿੱਤ ਹੁੰਦੀ ਹੈ, ਠੀਕ ਹੈ ਜੀ। ਅਰਥ ਸ਼ਾਸਤਰ ਦੀ ਇਹ ਸ਼ਾਖਾ ਜਿਸ ਵਿੱਚ ਸਰਕਾਰ ਦੀ ਆਮਦਨ ਅਤੇ ਆਪਾਂ ਨੇ ਪੜ੍ਹਿਆ ਸੀਗਾ ਜਿਸ ਚੀਜ਼ ਦੇ ਵਿੱਚ ਆਪਾਂ ਪੜ੍ਹਦੇ ਹਾਂ ਸਰਕਾਰ ਦੀ ਆਮਦਨ ਅਤੇ ਖਰਚ ਦੇ ਬਾਰੇ, ਉਸਨੂੰ ਕੀ ਕਿਹਾ ਜਾਂਦਾ? ਸਾਰਵਜਨਿਕ ਵਿੱਤ। ਜੇ ਤੁਸੀਂ ਲੈਸਨ ਦੀ ਵੀਡੀਓ ਦੇਖੀ ਹੋਊਗੀ ਤਾਂ ਉਹਦੇ ਵਿੱਚ ਆਪਾਂ ਨੇ ਪੜ੍ਹਿਆ ਸੀ ਸਾਰਵਜਨਿਕ ਵਿੱਤ ਕੀ ਹੁੰਦਾ, ਜਿਸ ਦੇ ਵਿੱਚ ਆਪਾਂ ਸਰਕਾਰ ਦੀ ਆਮਦਨ ਅਤੇ ਖਰਚ ਦੇ ਬਾਰੇ ਡਿਸਕਸ ਕਰਦੇ ਹੁੰਦੇ ਹਾਂ, ਠੀਕ ਹੈ ਜੀ। ਹੁਣ ਨੈਕਸਟ ਉਹਨਾਂ ਨੇ ਪੁੱਛਿਆ ਗਿਆ ਹੈ ਕਿ ਪ੍ਰਤੱਖ ਕਰ ਕੀ ਹੁੰਦਾ ਗਾ, ਡਾਇਰੈਕਟ ਟੈਕਸ ਕੀ ਹੁੰਦਾ ਗਾ। ਪ੍ਰਤੱਖ ਕਰ ਉਹ ਕਰ ਹੁੰਦਾ ਹੈ ਜਿਸ
उत्ते व्यक्ति जो कि उसे व्यक्ति हाँ प्रत्यक्ष देखो डायरैक्ट जिहदे उत्ते लगाया जांदा उसी व्यक्ति तो लवां डायरैक्टली उहदे तो ले लवांगे जिहदे उत्ते लगाया जांदा टैक्स। ठीक है, ਇਹਦਾ ਭੁਗਤਾਨ ਕੌਣ ਕਰਦਾ ਜਿਸ ਦੇ ਉੱਤੇ ਲਗਾਇਆ ਜਾਂਦਾਗਾ। ਠੀਕ ਹੈ ਜੀ, ਇਹ ਜਿਹੜਾ ਇਹ ਵਾਲਾ ਟੈਕਸ ਹੈ ਇਹਦਾ ਭਾਰ ਕਿਸੇ ਹੋਰ ਵਿਅਕਤੀ ਤੇ ਟਾਲਿਆ ਨਹੀਂ ਜਾ ਸਕਦਾ। ਜਿਵੇਂ ਕਿ ਰਾਮ ਦੇ ਉੱਤੇ ਲਗਾਇਆ ਟੈਕਸ ਤਾਂ ਉਹ ਰਾਮ ਨੂੰ ਹੀ ਪੇ ਕਰਨਾ ਪਊਗਾ। ਉਹਦਾ ਜੋ ਟੈਕਸ ਦਾ ਪੇਮੈਂਟ ਹੈ ਉਹ ਕੌਣ ਹੈ ਸ਼ਾਮ ਦੇ ਉੱਤੇ ਨਹੀਂ ਪਾਇਆ ਜਾ ਸਕਦਾ ਵੀ ਤੂੰ ਕਰ ਦੇ ਯਾਰ, ਜ਼ਬਰਦਸਤੀ ਨਹੀਂ ਕੀਤਾ ਜਾ ਸਕਦਾ। ਠੀਕ ਹੈ ਜੀ, ਤਾਂ ਕੀ ਕਹਿੰਦੇ ਨੇ ਇਹਦੀਆਂ ਉਦਾਹਰਨਾਂ ਵੀ ਆਪਾਂ ਨੇ ਪੜ੍ਹੀਆਂ ਸੀਗੀਆਂ ਵੀ ਡਾਇਰੈਕਟ ਟੈਕਸ ਦੀਆਂ ਕਿਹੜੀਆਂ ਨੇ। ਆਮਦਨ ਟੈਕਸ ਜੋ ਇਨਕਮ ਟੈਕਸ ਜੋ ਜਿਵੇਂ ਤੁਹਾਡੀ ਇਨਕਮ ਹੈ ਤੁਹਾਡੀ ਇਨਕਮ ਦੇ ਉੱਤੇ ਟੈਕਸ ਲੱਗਦਾ ਤਾਂ ਤੁਹਾਡੀ ਇਨਕਮ ਦਾ ਟੈਕਸ ਤੁਸੀਂ ਦੋਗੇ, ਤੁਹਾਡੇ ਗੁਆਂਢੀ ਤਾਂ ਨਹੀਂ ਦੇਣਗੇ, ਇਸ ਕਰਕੇ ਇਨਕਮ ਟੈਕਸ। ਠੀਕ ਹੈ, ਉਪਹਾਰ ਟੈਕਸ, ਠੀਕ ਹੈ ਜੀ, ਨਿਗਮ ਟੈਕਸ ਔਰ ਸੰਪत्ति ਟੈਕਸ। ਇਹ ਸਾਰੀ ਜਿੰਨੀਆਂ ਵੀ ਮਤਲਬ ਸੰਪत्ति ਤੁਹਾਡੇ ਨਾਲ ਰਿਲੇਟਡ ਜੋ ਤੁਹਾਡੀ ਹੈ ਤੁਹਾਡੀ ਪ੍ਰੋਪਰਟੀ ਹੈ ਉਹਦੇ ਉੱਤੇ ਜਿਹੜਾ ਟੈਕਸ ਲੱਗਦਾ ਗਾ। ਠੀਕ ਹੈ ਜੀ, ਔਰ ਨੈਕਸਟ ਕੀ ਹੈ ਅਪ੍ਰਤੱਖ ਟੈਕਸ। ਅਪ੍ਰਤੱਖ ਟੈਕਸ ਕੀ ਹੁੰਦਾ ਗਾ ਜਿਹੜਾ ਕਿ ਇਹਦਾ ਭਾਰ ਕਿਸੇ ਹੋਰ ਵਿਅਕਤੀ ਦੇ ਉੱਤੇ ਥੋਪਿਆ ਜਾ ਸਕਦਾ ਗਾ ਵੀ ਕੋਈ ਹੋਰ ਪੇ ਕਰਦਾ ਹੁੰਦਾ ਗਾ, ਆਪਾਂ ਜ਼ਬਰਦਸਤੀ ਕਿਸੇ ਹੋਰ ਦੇ ਉੱਤੇ ਇਹਦਾ ਭਾਰ ਜਿਹੜਾ ਹੈ ਥੋਪ ਸਕਦੇ ਹਾਂ। ਔਰ ਜਿਹੜਾ ਇਹ ਕਰ ਹੁੰਦਾ ਅਪ੍ਰਤੱਖ ਕਰ ਹੁੰਦਾ ਜ਼ਿਆਦਾਤਰ ਵਸਤੂਆਂ ਅਤੇ ਸੇਵਾਵਾਂ ਦੇ ਉੱਤੇ ਲੱਗਦਾ ਹੁੰਦਾ ਗਾ। ਅਤੇ ਇਹਦੀ ਉਦਾਹਰਨ ਦੇ ਵਿੱਚ ਕਹੀਏ ਤਾਂ ਇਹਦੇ ਵਿੱਚ ਕੀ ਹੈ ਉਤਪਾਦਨ ਕਰ, ਵਿਕਰੀ ਕਰ, ਮਨੋਰੰਜਨ ਕਰ, ਆਯਾਤ ਨਿਰਯਾਤ ਕਰ। ਠੀਕ ਹੈ ਜੀ, ਕੀ ਹੁੰਦਾ ਵਿਕਰੀ ਕਰ, ਜਿਵੇਂ ਕੋਈ ਵਿਕਰੀ ਕਰਦਾ ਗਾ। ਠੀਕ ਹੈ ਜੀ, ਮੰਨ ਲਓ ਕਿਸੇ ਨੇ ਕੋਈ ਚੀਜ਼ ਦਾ ਉਹ ਕਰਨਾ ਸੇਲ ਕਰਨਾ ਗਾ ਤਾਂ ਉਹਦੇ ਵਿੱਚ ਉਹ ਟੈਕਸ ਵੀ ਇਨਕਲੂਡ ਹੋਊਗਾ। ਜੋ ਜਿੰਨੇ ਤੇ ਉਹ ਵਸਤੂ ਨੂੰ ਸੇਲ ਕਰੂਗਾ ਉਹਦੇ ਵਿੱਚ ਕੀ ਹੋਊਗਾ ਟੈਕਸ ਵੀ ਇਨਕਲੂਡ ਹੋਊਗਾ ਤਾਂ ਉਹ ਟੈਕਸ ਦਾ ਪੈਸਾ ਕੀ ਲਊਗਾ ਆਪਣੇ ਗ੍ਰਾਹਕ ਆਪਣੇ ਕਲਾਇੰਟ ਤੋਂ ਲੈ ਲੂਗਾ। ਠੀਕ ਹੈ ਜੀ, ਤਾਂ ਇਹਦਾ ਮਤਲਬ ਕੀ ਹੋਇਆ ਲਗਾਇਆ ਤਾਂ ਸੀਗਾ ਦੁਕਾਨਦਾਰ ਨੇ ਪਰ ਦੁਕਾਨਦਾਰ ਨੇ ਉਹ ਵਸਤੂ ਕਿਸੇ ਹੋਰ ਨੂੰ ਵੇਚ ਕੇ ਉਹਦੇ ਤੋਂ ਟੈਕਸ ਲੈ ਲਿਆ ਤੇ ਉਹ ਟੈਕਸ ਫਿਰ ਉਹ ਦੁਕਾਨਦਾਰ ਕੀ ਕਰ ਦੂਗਾ ਸਰਕਾਰ ਨੂੰ ਪੇ ਕਰ ਦੂਗਾ। ਠੀਕ ਹੈ ਜੀ, ਇਹ ਉਦਾਹਰਨ ਹੈ ਇਹਦੀ ਪ੍ਰਤੱਖ ਟੈਕਸ ਦੀ। ਠੀਕ ਹੈ ਜੀ, ਹੁਣ ਨੈਕਸਟ ਕੀ ਹੈ ਆਪਣਾ 14th ਕੁਐਸਚਨ ਕੀ ਹੈ ਕਿ ਸਰਵਜਨਕ ਕਰਜ਼ੇ ਦਾ ਕੀ ਅਰਥ ਹੈ ਵੀ ਸਰਵਜਨਕ ਕਰਜ਼ੇ ਹੁੰਦਾ ਇੱਥੋਂ ਹੀ ਪਤਾ ਚੱਲ ਗਿਆ। ਸਰਵਜਨਕ ਮਤਲਬ ਸਰਕਾਰ ਦੁਆਰਾ ਜਿਹੜੇ ਕਰਜ਼ੇ ਲਏ ਜਾਂਦੇ ਉਹਨੂੰ ਸਰਵਜਨਕ ਕਰਜ਼ੇ ਕਿਹਾ ਜਾਂਦਾ ਗਾ। ਇਹ ਕਿੰਨੀ ਤਰ੍ਹਾਂ ਦੇ ਹੋ ਸਕਦੇ ਨੇ। ਠੀਕ ਹੈ, ਆਪਾਂ ਨੇ ਦੋ ਟਾਈਪਸ ਦੇ ਹੁੰਦੀਆਂ ਨੇ, ਇੱਕ ਤਾਂ ਆਪਣੇ ਦੇਸ਼ ਤੋਂ ਹੀ ਲੈ ਸਕਦੇ ਇੱਕ ਵਿਦੇਸ਼ਾਂ ਤੋਂ ਲੈ ਸਕਦੇ। ਠੀਕ ਹੈ ਜੀ, ਸਰਵਜਨਕ ਕਰਜ਼ੇ ਦਾ ਅਰਥ ਹੈ ਸਰਕਾਰ ਵੱਲੋਂ ਲਏ ਗਏ ਕਰਜ਼ੇ ਸਭ ਕਿਸਮਾਂ ਦੇ ਸਰਕਾਰ ਦੁਆਰਾ ਜਿਹੜੇ ਕਰਜ਼ੇ ਲਏ ਜਾਂਦੇ ਨੇ ਕਿਸੇ ਵੀ ਪ੍ਰਕਾਰ ਦੇ ਕਰਜ਼ੇ ਹੋ ਸਕਦੇ ਨੇ। ਠੀਕ ਹੈ ਜੀ, ਇਹ ਕਰਜ਼ੇ ਦੇ ਵਿੱਚ ਜ਼ਰੂਰ ਨਹੀਂ ਹੈਗਾ ਕਿ ਧਾਨੀ ਕਰਜ਼ੇ ਲੈਂਦੀ ਹੈ, ਉਹ ਸਾਰੇ ਕਰਜ਼ੇ ਆ ਕਿਸੇ ਵੀ ਕਿਸਮ ਦੇ ਕਰਜ਼ੇ ਸ਼ਾਮਿਲ ਹੋ ਸਕਦੇ ਹਨ। ਇਸ ਵਿੱਚ ਦੇਸ਼ ਦੇ ਅੰਦਰ ਅਤੇ ਵਿਦੇਸ਼ ਇਹ ਜਿਹੜੇ ਕਰਜ਼ੇ ਨੇ ਆਪਾਂ ਦੇਸ਼ ਦੇ ਅੰਦਰ ਵੀ ਲੈ ਸਕਦੇ ਅਤੇ ਵਿਦੇਸ਼ਾਂ ਤੋਂ ਵੀ ਲੈ ਸਕਦੇ ਹਾਂ। ਅਤੇ ਇਹਦੀਆਂ ਜੋ ਟਾਈਪਸ ਨੇ ਉਹ ਕਿਹੜੀਆਂ ਨੇ ਅੰਤਰਿਕ ਕਰਜ਼ੇ ਯਾਨੀ ਦੇਸ਼ ਦੇ ਅੰਦਰ ਜਿਹੜੇ ਲਏ ਜਾਂਦੇ ਨੇ। ਠੀਕ ਹੈ, ਜਿਵੇਂ ਕਿ ਦੇਸ਼ ਦੇ ਅੰਦਰ ਹੀ ਲੋਕਾਂ ਤੋਂ ਲੈ ਲਵੇ ਜਾਂ ਬੈਂਕਾਂ ਤੋਂ ਲੈ ਲਵੇ, ਵਿੱਤੀ ਵਿਵਸਥਾ ਤੋਂ ਲੈ ਲਵੇ। ਠੀਕ ਹੈ, ਯਾਨੀ ਰਿਜ਼ਰਵ ਬੈਂਕ ਤੋਂ ਲੈ ਲਵੇ ਤਾਂ ਇਹ ਅੰਤਰਿਕ ਕਰਜ਼ੇ ਹੋਣਗੇ। ਠੀਕ ਹੈ, ਵਿਦੇਸ਼ਾਂ ਤੋਂ ਜਿਵੇਂ ਕਿਸੇ ਦੂਸਰੇ ਦੇਸ਼ ਤੋਂ ਲਵੇ। ਠੀਕ ਹੈ, ਦੂਸਰੇ ਦੇਸ਼ ਤੋਂ ਹੈਲਪ ਲਵੇ ਜਾਂ ਦੂਸਰੇ ਦੇਸ਼ ਦੇ ਜਿਹੜੇ ਮਿੱਤਰ ਉਹਦੇ ਇੱਕ ਦੇਸ਼ ਦੇ ਜਿਹੜੇ ਮਿੱਤਰ ਦੇਸ਼ ਨੇ ਜਾਂ ਅੰਤਰਰਾਸ਼ਟਰੀ ਸੰਸਥਾਵਾਂ ਨੇ, ਅੰਤਰਰਾਸ਼ਟਰੀ ਜਿਹੜੀਆਂ ਮੁਦਰਾ ਕੋਸ਼ ਨੇ ਜਾਂ ਫਿਰ ਵਰਲਡ ਹੈਲਥ ਆਰਗੇਨਾਈਜੇਸ਼ਨ ਹੈ। ਠੀਕ ਹੈ, ਇੰਟਰਨੈਸ਼ਨਲ ਆ ਉਹਨਾਂ ਤੋਂ ਕਰਜ਼ਾ ਲੈ ਲਵੇ। ਠੀਕ ਹੈ ਜੀ, ਅੰਤਰਰਾਸ਼ਟਰੀ ਸੰਸਥਾਵਾਂ ਤੋਂ ਲੈ ਲਵੇ ਜਾਂ ਫਿਰ ਕਿਤੇ ਵਿਦੇਸ਼ੀ ਦੇਸ਼ ਤੋਂ ਲੈ ਲਵੇ, ਆਪਣੇ ਮਿੱਤਰ ਦੇਸ਼ ਤੋਂ ਲੈ ਲਵੇ ਤਾਂ ਉਹ ਕਰਜ਼ੇ ਕਿਹੜੇ ਕਹਾਣਗੇ ਕਰਜ਼ੇ ਵਿਦੇਸ਼ੀ ਕਰਜ਼ੇ। ਨੈਕਸਟ ਆਪਣਾ 15th ਕੁਐਸਚਨ ਕੀ ਹੈ ਕਿ ਗਰੀਬੀ ਰੇਖਾ ਦੀ ਧਾਰਨਾ ਦੀ ਵਿਆਖਿਆ ਕਰੋ। ਭਾਰਤ ਵਿੱਚ ਗਰੀਬੀ ਰੇਖਾ ਦੀਆਂ ਕੀ ਸੀਮਾਵਾਂ ਹਨ। ਹੁਣ ਗਰੀਬੀ ਰੇਖਾ ਕੀ ਹੁੰਦੀ ਹੈ ਆਪਾਂ ਨੂੰ ਪੜ੍ਹਿਆ ਸੀ। ਗਰੀਬੀ ਰੇਖਾ ਉਹ ਰੇਖਾ ਹੁੰਦੀ ਹੈ ਜਿਸ ਦੇ ਦੁਆਰਾ ਹੀ ਪਤਾ ਚੱਲਦਾ ਕਿ ਕਿਹੜਾ ਮਨੁੱਖ ਗਰੀਬ ਹੈ, ਯਾਨੀ ਕਿ ਗਰੀਬੀ ਨੂੰ ਮਾਪਣ ਦਾ ਇੱਕ ਕੀ ਹੈ ਇਹ ਉਹ ਹੈ ਸਾਧਨ ਹੈ ਗਰੀਬੀ ਰੇਖਾ। ਠੀਕ ਹੈ ਜੀ, ਗਰੀਬੀ ਰੇਖਾ ਦੀ ਧਾਰਨਾ ਕਿਸੇ ਦੇਸ਼ ਵਿੱਚ ਗਰੀਬੀ ਨੂੰ ਮਾਪਣ ਲਈ ਕੀਤੀ ਜਾਂਦੀ ਹੈ। ਗਰੀਬੀ ਰੇਖਾ ਦਾ ਪ੍ਰਯੋਗ ਕਿਹਦੇ ਲਈ ਕੀਤਾ ਜਾਂਦਾ ਗਰੀਬੀ ਨੂੰ ਮਾਪਣ ਲਈ। ਗਰੀਬੀ ਰੇਖਾ ਤੋਂ ਹੇਠਾਂ ਜਿੰਨੇ ਵੀ ਵਿਅਕਤੀ ਆਉਂਦੇ ਹਨ ਉਹ ਗਰੀਬੀ ਰੇਖਾ ਜੇ ਮੰਨ ਲਾ ਆਹ ਰੇਖਾ ਇੱਕ ਗਰੀਬੀ ਖਿੱਚਤੀ ਐ ਨਹੀਂ ਹੈਗਾ ਕਿ ਇਹ ਗਰੀਬੀ ਰੇਖਾ ਐਵੇਂ ਬਸ ਹਨੇਰੇ ਦੇ ਵਿੱਚ ਲਾਈ ਜਾਂਦੀ ਹੈ ਕਿ ਬਸ ਆਹ ਮੰਨ ਲਓ ਇਹਦੇ ਨੀਚੇ ਜਿਹੜੇ ਆ ਗਏ ਉਹ ਐ ਨਹੀਂ। ਇੱਕ ਗਰੀਬੀ ਰੇਖਾ ਦਾ ਮੇਜ਼ਰ ਹੁੰਦਾ ਕਿ ਉਹ ਇੰਨਾ ਖਰਚਾ ਕਰ ਪਾਉਂਦੇ ਨੇ ਤਦ ਉਹ ਨਹੀਂ ਮੰਨੇ ਜਾਣਗੇ ਗਰੀਬ, ਅਗਰ ਉਸ ਤੋਂ ਘੱਟ ਕਰ ਪਾਉਂਦੇ ਨੇ ਤਦ ਉਹ ਗਰੀਬ ਮੰਨੇ ਜਾਣਗੇ। ਠੀਕ ਹੈ ਜੀ, ਗਰੀਬੀ ਰੇਖਾ ਦੇ ਇੱਕ ਉਹ ਰੱਖਿਆ ਹੁੰਦਾ ਗਾ ਵੀ ਇੰਨੀ ਇਨਕਮ ਉਹਨਾਂ ਦੀ ਹੋਣੀ ਚਾਹੀਦੀ ਹੈ ਜਾਂ ਇੰਨਾ ਉਹਨਾਂ ਦਾ ਖਰਚਾ ਹੋਣਾ ਚਾਹੀਦਾ ਗਾ। ਠੀਕ ਹੈ ਜੀ, ਗਰੀਬੀ ਰੇਖਾ ਤੋਂ ਭਾਵ ਹੈ ਉਸ ਰਕਮ ਤੋਂ ਹੈ ਜੋ ਕਿ ਵਿਅਕਤੀ ਲਈ ਪ੍ਰਤੀ ਮਹੀਨਾ ਘੱਟ ਤੋਂ ਘੱਟ ਉਪਭੋਗ ਕਰਨ ਲਈ ਜ਼ਰੂਰੀ ਹੈ। ਗਰੀਬੀ ਰੇਖਾ ਤੋਂ ਭਾਵ ਹੈ ਉਹ ਰਕਮ ਜੋ ਹਰ ਵਿਅਕਤੀ ਦੇ ਲਈ ਹਰ ਮਹੀਨੇ ਪ੍ਰਤੀ ਦਿਨ ਹਰ ਰੋਜ਼ ਐ ਨਹੀਂ ਕਿ ਇੱਕ ਦਿਨ ਵਰਤ ਲਿਆ ਇਕੱਲਾ ਉਹਨਾਂ ਖਰਚਾ ਔਰ ਦੂਸਰੇ ਦਿਨ ਵਰਤਿਆ ਨਹੀਂ, ਤੀਸਰੇ ਦਿਨ ਵਰਤਿਆ ਨਹੀਂ, ਚੌਥੇ ਦਿਨ ਵਰਤ ਲਿਆ, ਪੰਜਵੇਂ ਦਿਨ ਵੀ ਵਰਤ ਲਿਆ, ਐ ਨਹੀਂ। ਹਰ ਇੱਕ ਮਹੀਨੇ ਦੇ ਹਰ ਇੱਕ ਦਿਨ ਤੁਹਾਡਾ ਜਿਹੜਾ ਖਰਚਾ ਆ ਉਨੀ ਰਕਮ ਹੋਣੀ ਚਾਹੀਦੀ ਹੈ ਜੋ ਗਰੀਬੀ ਰੇਖਾ ਦੇ ਅੰਦਰ ਡਿਸਾਈਡ ਕੀਤੀ ਗਈ ਆ। ਠੀਕ ਹੈ ਜੀ,
ਗਰੀਬੀ ਰੇਖਾ ਦਾ ਪੱਧਰ ਉਸ ਰਕਮ ਦੇ ਬਰਾਬਰ ਮੰਨਿਆ ਜਾਂਦਾ ਹੈ। ਹੁਣ ਇਹ ਰਕਮ ਉਹਦੇ ਬਰਾਬਰ ਮੰਨਿਆ ਜਾਂਦਾ ਹੈ ਜੋ ਕਿ ਇੱਕ ਵਿਅਕਤੀ ਦੇ ਜਿਉਂਦੇ ਰਹਿਣ ਦੇ ਲਈ ਜ਼ਰੂਰੀ ਹੈ। ਹੁਣ ਜਿਹੜੀ ਰਕਮ ਆਪਾਂ ਨੇ ਕਿਹਾ ਸੀ ਵੀ ਇੰਨਾ ਖਰਚਾ, ਉਹ ਰਕਮ ਕਿਹਦੇ ਬਰਾਬਰ ਹੁੰਦੀ ਹੈ? ਉਹ ਰਕਮ ਬਰਾਬਰ ਹੁੰਦੀ ਹੈ ਵਿਅਕਤੀ ਦੇ ਜਿਉਂਦੇ ਰਹਿਣ ਦੇ ਲਈ ਜਿੰਨਾ ਜ਼ਰੂਰੀ ਹੁੰਦਾ ਉਹਦੇ ਬਰਾਬਰ ਹੁੰਦੀ ਹੈ। ਠੀਕ ਹੈ ਜੀ। ਪ੍ਰਤੀ ਮਹੀਨਾ ਆਪਣੀਆਂ ਘੱਟ ਤੋਂ ਘੱਟ ਜਿਹੜੀਆਂ ਹੁਣ ਜਿਉਂਦੇ ਰਹਿਣ ਲਈ ਆਪਾਂ ਨੂੰ ਕੀ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ? ਭੋਜਨ, ਕੱਪੜਾ, ਮਕਾਨ, ਸਿੱਖਿਆ, ਸਿਹਤ ਆਦਿ। ਇਹ ਜਦੋਂ ਇਹ ਪੂਰਾ ਕਰ ਪਾਉਂਦਾ ਗਾ, ਇਹਨਾਂ ਨੂੰ ਅੱਛੇ ਤਰੀਕੇ ਨਾਲ ਪੂਰਾ ਕਰ ਪਾਉਂਦਾ ਗਾ, ਤਦ ਉਹ ਗਰੀਬੀ ਰੇਖਾ ਦੇ ਹੇਠਾਂ ਨਹੀਂ ਮੰਨਿਆ ਜਾਊਗਾ। ਠੀਕ ਹੈ ਜੀ। ਨੈਕਸਟ ਆਪਣਾ ਕੁਐਸਚਨ ਕੀ ਹੈ? ਭਾਰਤ ਵਿੱਚ ਗਰੀਬੀ ਉਹੀ ਕੁਐਸਚਨ ਦਾ ਰਹਿ ਗਿਆ ਅਗਲਾ। ਭਾਰਤ ਵਿੱਚ ਗਰੀਬੀ ਰੇਖਾ ਦੀਆਂ ਸੀਮਾਵਾਂ ਪੁੱਛੀਆਂ ਸੀ ਨਾ, ਕੀ ਨੇ ਉਹਦੀਆਂ ਸੀਮਾਵਾਂ? ਲਿਮਿਟ ਕੀ ਹੈ ਗਰੀਬੀ ਰੇਖਾ ਦੀ? ਆਪਣੀ ਪੁਸਤਕ ਪੋਵਰਟੀ ਇਨ ਇੰਡੀਆ ਵਿੱਚ VM ਧੰਕਰ, ਨੀਲਕਾਂਤ ਰਥ ਲਿਖਦੇ ਹਨ ਕਿ ਯਾਨੀ ਕਿ ਜਿਹੜੇ VM ਧੰਕਰ, ਨੀਲਕਨਾਥ ਰਾਥ ਜਿਹੜੇ ਸੀਗੇ, ਉਹਨਾਂ ਨੇ ਆਪਣੀ ਇੱਕ ਪੁਸਤਕ ਲਿਖੀ ਸੀ, ਉਹਦਾ ਨਾਮ ਕੀ ਸੀਗਾ? ਪੋਵਰਟੀ ਇਨ ਇੰਡੀਆ। ਠੀਕ ਹੈ, ਇੰਡੀਆ ਦੇ ਵਿੱਚ ਪੋਵਰਟੀ ਨਾਂ ਦੀ ਇੱਕ ਕਿਤਾਬ ਲਿਖੀ ਸੀ, ਜਿਨ੍ਹਾਂ ਵਿੱਚ ਉਸਨੇ ਪ੍ਰਤੀ ਦਿਨ, ਉਹਨਾਂ ਨੇ ਉਹਦੇ ਕਿਤਾਬ ਦੇ ਵਿੱਚ ਕਿਹਾ ਗਾ ਕਿ ਲੋਕਾਂ ਨੂੰ ਪ੍ਰਤੀ ਦਿਨ 2250 ਕੈਲੋਰੀ ਦਾ ਭੋਜਨ ਪ੍ਰਾਪਤ ਨਹੀਂ ਹੁੰਦਾ, ਉਹ ਗਰੀਬੀ ਰੇਖਾ ਦੇ ਹੇਠਾਂ ਮੰਨੇ। ਉਹਨਾਂ ਨੇ ਕਿਹਾ ਕਿ ਜਿਹੜੇ ਲੋਕਾਂ ਨੂੰ 2250 ਕੈਲੋਰੀ ਵਾਲਾ ਭੋਜਨ ਨਹੀਂ ਮਿਲਦਾ ਹਰ ਰੋਜ਼, ਤਦ ਉਹ ਗਰੀਬੀ ਰੇਖਾ ਦੇ ਹੇਠਾਂ ਮੰਨੇ ਜਾਣਗੇ। ਠੀਕ ਹੈ ਜੀ। ਇੰਨੀ ਕੈਲੋਰੀ ਦਾ ਭੋਜਨ ਪ੍ਰਾਪਤ ਕਰਨ ਲਈ 2013 ਤੇ 14 ਦੀਆਂ ਕੀਮਤਾਂ, ਹੁਣ ਇੰਨਾ ਕੈਲੋਰੀ ਉਹਨਾਂ ਨੇ ਕਿਹਾ ਨਾ ਵੀ ਇੰਨੇ ਕੈਲੋਰੀ ਦਾ ਭੋਜਨ ਪ੍ਰਾਪਤ ਹੋਣਾ ਚਾਹੀਦਾ, ਤਾਂ ਇਹ ਭੋਜਨ ਪ੍ਰਾਪਤ ਕਰਨ ਲਈ ਕੁਛ ਨਾ ਕੁਛ ਤਾਂ ਪੈਸੇ ਦੇਣੇ ਪੈਣਗੇ। ਤਾਂ ਉਸ ਸਮੇਂ ਉਹਦੀ ਇੰਨੀ ਕੈਲੋਰੀ ਵਾਲੇ ਭੋਜਨ ਦੀ ਆਪਾਂ ਜੋ ਪੇਮੈਂਟ ਹੈ ਉਹ ਕਿੰਨੀ ਕਰਨੀ ਪੈਂਦੀ ਸੀਗੀ? 2013 ਤੇ 14 ਦੇ ਵਿੱਚ ਇਹਦੀ ਕੀਮਤ ਕਿੰਨੀ ਸੀਗੀ? ਕੀਮਤ ਦੇ ਆਧਾਰ ਤੇ, ਯਾਨੀ ਕਿ ਜੋ ਇਹਦੇ ਇੰਨੀਆਂ ਕੈਲੋਰੀ ਵਾਲਾ ਭੋਜਨ ਨੂੰ ਖਰੀਦਣ ਦੇ ਲਈ ਜੋ ਕੀਮਤ ਸੀ ਉਹਦੇ ਆਧਾਰ ਤੇ ਵਿਅਕਤੀ ਦਾ ਪ੍ਰਤੀ ਮਾਸਿਕ ਯਾਨੀ ਮਹੀਨਾ ਜੋ ਵੀ ਉਹਦੀ ਆਮਦਨ ਮਹੀਨੇ ਬਾਅਦ ਪ੍ਰਾਪਤ ਹੁੰਦੀ ਸੀਗੀ, ਉਹ ਯਾਨੀ ਪਹਿਲਾਂ ਉਹਨੇ ਦੱਸਤਾ ਵੀ ਇੰਨੀ ਕੀਮਤ ਉਹਦੀ ਕੈਲੋਰੀ ਵਾਲਾ ਭੋਜਨ ਪ੍ਰਾਪਤ ਹੋਣਾ ਚਾਹੀਦਾ ਗਾ। ਠੀਕ ਹੈ ਜੀ। ਫਿਰ ਅੱਗੇ ਉਹਨਾਂ ਨੇ ਕਿਹਾ ਕਿ ਇੰਨੇ ਕੈਲੋਰੀ ਵਾਲੇ ਭੋਜਨ ਨੂੰ ਪ੍ਰਾਪਤ ਕਰਨ ਲਈ 2013 ਤੇ 14 ਦੇ ਵਿੱਚ ਜੋ ਕੀਮਤਾਂ ਸੀਗੀਆਂ ਉਹਦੇ ਆਧਾਰ ਤੇ ਉਹ ਵਿਅਕਤੀ ਦੀ ਇਨਕਮ ਕਿੰਨੀ ਹੋਣੀ ਚਾਹੀਦੀ ਹੈ? 972 ਰੁਪਏ ਪਿੰਡਾਂ ਦੀ ਹੋਣੀ ਚਾਹੀਦੀ ਹੈ ਤੇ ਸ਼ਹਿਰਾਂ ਦੇ ਵਿੱਚ 1407 ਹੋਣੀ ਚਾਹੀਦੀ ਹੈ ਇਨਕਮ। ਠੀਕ ਹੈ, ਯਾਨੀ ਐਂ ਕਹਿ ਸਕਦੇ ਆ ਕਿ ਜਿਹੜੇ ਵਿਅਕਤੀ ਦੀ ਜਿਹੜੀ ਇਨਕਮ ਹੈ 2013 ਤੇ 14 ਦੀਆਂ ਕੀਮਤਾਂ ਦੇ ਆਧਾਰ ਤੇ 972 ਅਤੇ 1407 ਪਿੰਡਾਂ ਦੇ ਵਿੱਚ ਸੀ, ਤਦ ਉਹ ਗਰੀਬੀ ਰੇਖਾ ਦੇ ਹੇਠਾਂ ਨਹੀਂ ਮੰਨੇ ਜਾਣਗੇ। ਹੁਣ ਜਿਹੜੀ ਇਹ ਇਨਕਮ ਹੈ ਮਾਸਿਕ ਸੈਲਰੀ ਹੈ, ਇਹ ਹੁਣ ਵੱਧ ਗਈ ਕਿਉਂਕਿ ਇਹ 2013 ਤੇ 14 ਦੀ ਆ। ਹੁਣ ਕਿੰਨਾ ਚੱਲ ਰਿਹਾ? 22 ਤੇ 23-24 ਚੱਲ ਰਿਹਾ। ਠੀਕ ਹੈ ਜੀ। ਤਾਂ ਹੁਣ 23-24 ਦੀਆਂ ਕੁਝ ਹੋਰ ਨੇ, ਉਹਦੇ ਲਈ ਕੋਈ ਹੋਰ ਰਕਮ ਮੰਨੀ ਹੋਗੀ ਵੀ ਇੰਨੀ ਇਨਕਮ ਹੋਣੀ ਚਾਹੀਦੀ ਹੈ, ਇੰਨਾ ਕੈਲੋਰੀ ਵਾਲਾ ਭੋਜਨ ਉਹਨਾਂ ਨੂੰ ਮਿਲਣਾ ਚਾਹੀਦਾ। ਠੀਕ ਹੈ ਜੀ। ਸਰਚ ਕਰਿਓ ਆਪਣਾ ਤੁਸੀਂ ਜਨਰਲ ਨੌਲੇਜ ਦੇ ਲਈ। ਠੀਕ ਹੈ, ਚਲੋ ਜੀ। ਵਿਕਾਸ ਦਰ ਦੀ ਪਰਿਭਾਸ਼ਾ ਦਿਓ, ਇਸ ਦੀ ਗਣਨਾ ਕਿਵੇਂ ਕੀਤੀ ਜਾ ਸਕਦੀ ਹੈ? ਹੁਣ ਵਿਕਾਸ ਦਰ ਕੀ ਹੁੰਦਾ ਗਾ, ਇਹਦੀ ਗਣਨਾ ਵੀ ਕਿਵੇਂ ਕਰ ਸਕਦੇ ਆ ਵੀ ਗਰੋਥ ਰੇਟ ਵੱਧ ਰਹੀ ਆ ਜਾਂ ਘਟ ਰਹੀ ਆ ਜਾਂ ਸਥਿਰ ਹੈ, ਇਹਦੀ ਕਿਵੇਂ ਮੇਜ਼ਰਮੈਂਟ ਕਰਦਾ? ਆਪਾਂ ਨੂੰ ਪਤਾ ਹੈ ਗਰੋਥ ਰੇਟ ਕੀ ਹੁੰਦਾ? ਤਰੱਕੀ ਕਰਨਾ। ਠੀਕ ਹੈ ਜੀ। ਵਿਕਾਸ ਦਰ ਉਹ ਪ੍ਰਤੀਸ਼ਤ ਦਰ ਹੈ, ਜਿੰਨੇ ਵੀ ਆਪਾਂ ਉਹ ਵਿਕਾਸ ਦਰ ਨੇ ਕੀ ਨੇ ਪ੍ਰਤੀਸ਼ਤ ਦੇ ਵਿੱਚ ਮਿਣਦੇ ਆ ਵੀ ਇੰਨੇ ਪ੍ਰਤੀਸ਼ਤ ਇੰਨਾ ਵਿਕਾਸ ਹੋਇਆ, 10% ਵਿਕਾਸ ਹੋਇਆ, 5% ਵਿਕਾਸ ਹੋਇਆ। ਠੀਕ ਹੈ ਜੀ। ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਇੱਕ ਸਾਲ ਦੀ ਤੁਲਨਾ ਵਿੱਚ ਗਰੋਥ ਰੇਟ ਤੋਂ ਕੀ ਪਤਾ ਚੱਲਦਾ ਕਿ ਇੱਥੋਂ ਆਪਾਂ ਨੂੰ ਇਹ ਪਤਾ ਚੱਲਦਾ ਕਿ ਇੱਕ ਸਾਲ ਦੇ ਮੁਕਾਬਲੇ ਦੂਸਰੇ ਸਾਲ ਦੇ ਵਿੱਚ ਯਾਨੀ ਅਗਲੇ ਸਾਲ ਦੇ ਵਿੱਚ ਜਾਂ ਫਿਰ ਕਹਿ ਸਕਦੇ ਆ ਕਿ ਇਨਕਮ ਦੇ ਵਿੱਚ ਜਾਂ ਫਿਰ ਪ੍ਰਤੀ ਵਿਅਕਤੀ ਆਮਦਨ ਦੇ ਵਿੱਚ ਕਿੰਨਾ ਵਾਧਾ ਹੋਇਆਗਾ। ਠੀਕ ਹੈ ਜੀ। ਵਿਕਾਸ ਦਰ ਦੀ ਗਣਨਾ ਕਰਨ ਲਈ ਆਪਾਂ ਕਿਵੇਂ ਪਤਾ ਕਰ ਸਕਦੇ ਹਾਂ? ਇਹ ਪਤਾ ਕਰਨ ਦੇ ਲਈ ਆਪਾਂ ਕੋਲ ਫਾਰਮੂਲਾ ਕੀ ਹੈ? ਪ੍ਰਤੀ ਵਿਅਕਤੀ ਆਮਦਨ ਦੀ ਵਿਕਾਸ ਦਰ, ਯਾਨੀ ਕਿ ਬੰਦੇ ਦੀ ਆਮਦਨ ਵਿੱਚ ਕਿੰਨਾ ਵਿਕਾਸ ਹੋ ਰਿਹਾ ਉਹ ਪਤਾ ਕਰਨ ਦੇ ਲਈ ਆਪਾਂ ਕੀ ਕਰਾਂਗੇ? ਪ੍ਰਤੀ ਵਿਅਕਤੀ ਆਮਦਨ ਦੇ ਵਿੱਚ ਪਰਿਵਰਤਨ, ਵੀ ਕਿੰਨੀ ਉਹਦੀ ਸੈਲਰੀ ਦੇ ਵਿੱਚ ਪਰਿਵਰਤਨ ਹੋ ਰਿਹਾ ਔਰ ਬਟੇ ਉਹਦੇ ਪਹਿਲਾਂ ਕਿੰਨੀ ਸੀ ਔਰ ਕਿੰਨੇ ਹੁਣ ਚੇਂਜ ਹੋ ਗਈ ਔਰ ਗੁਣੇ 100। ਠੀਕ ਹੈ ਜੀ। ਹੁਣ ਕਿਵੇਂ ਮੰਨ ਲਓ ਆਪਾਂ ਨੇ ਪਤਾ ਕਰਨਾ ਕਿ ਬੰਦੇ ਦੀ ਆਮਦਨ ਦੇ ਵਿੱਚ ਪਰਿਵਰਤਨ ਕਿੰਨਾ, ਉਹਦਾ ਵਿਕਾਸ ਕਿੰਨਾ ਹੋਇਆ, ਵੀ ਪਹਿਲੇ ਨਾਲੋਂ ਸੈਲਰੀ ਜਿਹੜੀ ਵਧੀ ਹੈ ਉਹ ਕਿੰਨੇ % ਵਧੀ ਹੈ। ਤਾਂ ਆਪਾਂ ਕੀ ਕਰਾਂਗੇ ਕਿ ਮੰਨ ਲਓ ਪਹਿਲਾਂ ਉਹਦੀ ਸੈਲਰੀ ਸੀਗੀ ਇਹਦੇ ਵਿੱਚ ਆਰੰਭ ਪ੍ਰਤੀ ਆਮਦਨ ਸੈਲਰੀ ਕਿੰਨੀ ਸੀਗੀ? ਉਹ ਕਿੰਨੀ ਸੀਗੀ? ਮੰਨ ਲਓ 200 ਰੁਪਏ ਸੀਗੀ। ਠੀਕ ਹੈ। ਹੁਣ ਵੱਧ ਕੇ ਹੁਣ ਪ੍ਰਤੀ ਵਿਅਕਤੀ ਆਮਦਨ ਸੈਲਰੀ ਯਾਨੀ ਹੁਣ ਜਿਸ ਦੇ ਵਿੱਚ ਆਪਾਂ ਮੇਜ਼ਰ ਕਰ ਰਹੇ ਹਾਂ ਨਾ, ਤਾਂ ਉਸ ਸਾਲ ਦੇ ਵਿੱਚ ਕਿੰਨੀ ਹੋਗੀ? ਤਾਂ ਹੁਣ ਓਬਵੀਅਸਲੀ ਵੱਧ ਗਈ ਹੋਊਗੀ। ਠੀਕ ਹੈ।
जे वधी होगी तो वधी वाली लवांगे, जे घटी होगी तो घटी वाली लवांगे, ठीक है जी। पर उपर किहड़ी लवांगे जिस साल दे विच आपां मेजर करना चाहुंदे हां, और नीचे लवांगे जो पहला थोड़ी इनकम सीगी, ठीक है। और गुणा 100, क्यों 100 नाल मल्टीप्लाई क्यों करांगे, क्योंकि आपां की कढ रहे हैं, परसेंटेज कढ रहे हैं, ठीक है जी। 2 0 2 0 कटी गई, आपां कोल की रह गया 300/2, ठीक है। 150 रुपये 150 की आ गया, ये अपना कट के आ गया, यानी इन्ना जो विकास दर है वो कितना है 150% है, ठीक है जी। नैक्सट अपना क्वेश्चन की है विदेशी सहायता तो की महत्व है, इस दे मुख रूप केड़े हन। विदेशी सहायता आपां नूं पता फॉरन एड की हुंदी है, जिहड़ी विदेशों तो सहायता प्राप्त हुंदी है, ठीक है जी, उहनूं आपां फॉरन एड कहने आ। विदेशी पूंजी की हुंदी है, इन्हां ने पूछा सीगा, सॉरी विदेशी सहायता दी किस्मां। हुण इहदी सहायता किवें, मतलब जो सहायता मिलती है ये किन्ने प्रकार की मिल सकती है आपां नूं सहायता, ठीक है। तो सब तो पहला विदेशी पूंजी दे रूप विच मिल सकती है, यानी कि वो कर्जा दे सकते हैं आपां नूं। विदेशी पूंजी तो भाव है विदेशियों द्वारा किसी देश दीआं उत्पादन क्रियावां विच किते गए निवेश, यानी कि विदेश द्वारा जो विदेशी ने दूसरे देश ने वो की करनगे उत्पादन क्रिया जो प्रोडक्शन आ ਉਹਦੇ ਵਿੱਚ ਕੀ ਕਰਨਗੇ इन्वेस्टमेंट करनगे, ठीक है। प्रत्यक्ष विदेशी निवेश और विदेशी सहयोग विदेशी पूंजी के 2 मुख्य रूप हैं, यानी कि विदेशी पूंजी के दो मुख्य रूप दसते, यानी 2 किस्मां दसदियां कि एक तो सीधे डायरैक्टली सीधा इन्वेस्टमेंट कर देंगे प्रोडक्शन दे विच, या फिर विदेशी सहायता दे देंगे, हैल्प कर देंगे कोई, ठीक है जी। नैक्सट की है वो कर्जे, ये तो होगी सीधा भी वो खुद की करो आपां उन्हां तो की लै सकते विदेशी पूंजी दे नाल सहायता कर सकते हैं। नैक्सट आपां कर्जे लै सकते हैं, तो कर्जे भी तो एक तरह नाल सहायता ही होणगे, जो मान लो कर्जे ना देण तो सहायता तो मन्नी नहीं जानी, ठीक है जी। तो कर्जे भी सहायता के रूप में आ जाता गा। तो विदेशी सरकारां द्वारा मिल जाए, जो व्यापारक संस्थावां ते अंतरराष्ट्रीय संस्थावां द्वारा जो आप कर्जे लैने आ ते विदेशी कर्जे मन्ने जाते हैं। ते तीसरी जड़े वित्तीय सहायता लई जाती है दूसरे देश तो वो केड़ी है विदेशी अनुदान। हड़ दे समय या फिर कोई होर कुदरती आफत दे समय ਜਿਹੜੇ दूसरे देश ने ਉਹ एक देश की मित्रता के पक्षों की करते हैं, हैल्प करने की कोशिश करते हैं, तद वो अनुदान दिंदे हुंदे ने, यानी इनू वापस नहीं करना पैंदा। अनुदान एक अजिहा हैल्प हुंदा गा दूसरे देशों नालों, दूसरा देशों तो कि जिन्हों चुकाना नहीं पैंदा, एक तरह नाल गिफ्ट हुंदा, एक तरह नाल किसी की सेवा हुंदी है, ठीक है जी। विदेशी सहायता का वो भाग जो विदेशी सरकारां अते संस्थावां तो सहायता के रूप में प्राप्त हुंदा है, उस अनुदान कहते वापस नहीं करना पैंदा ते इसनूं इहदे उत्ते ना ही कोई ब्याज लगदा, ठीक है जी। यानी कि ये ਜਿਹੜੇ ਉਹ सिर्फ ਜਿਹੜੀ मनुख ਦੀ ਭਾਵਨਾ ਜਿਹੜੀ ਹੁੰਦੀ ਹੈ ਉਹਦੇ ਆਧਾਰ ਦੇ ਉੱਤੇ ਇਹ ਜਿਹੜੀ ਹੈਲਪ ਕੀਤੀ ਜਾਂਦੀ ਹੈ, ठीक है जी। ਨੈਕਸਟ ਕੁਐਸਚਨ ਆਪਣਾ ਕੀ ਹੈ, ਭੁਗਤਾਨ ਸੰਤੁਲਨ ਦੀ ਪਰਿਭਾਸ਼ਾ ਦਿਓ। ਭੁਗਤਾਨ ਸੰਤੁਲਨ ਦੀਆਂ ਮੁੱਖ ਮਦਾਂ ਕਿਹੜੀਆਂ ਹਨ। ਭੁਗਤਾਨ ਸੰਤੁਲਨ ਕੀ ਹੁੰਦਾਗਾ। ਭੁਗਤਾਨ ਸੰਤੁਲਨ ਕਿਸੇ ਦੇਸ਼ ਦੇ ਦੂਜੇ ਦੇਸ਼ ਦੀ ਇੱਕ ਨਿਸ਼ਚਿਤ ਮਿਆਦ ਦੇ ਵਿੱਚ ਕੀਤੇ ਜਾਣ ਵਾਲੇ ਸਭ ਕਿਸਮ ਦੇ ਆਰਥਿਕ ਸੌਦਿਆਂ ਦਾ ਭੁਗਤਾਨ ਸੰਤੁਲਨ ਕੀ ਹੁੰਦਾਗਾ। ਭੁਗਤਾਨ ਸੰਤੁਲਨ ਹੁੰਦਾ ਇੱਕ ਦੇਸ਼ ਦਾ ਦੂਸਰੇ ਦੇਸ਼ ਦੇ ਨਾਲ ਜੋ ਵੀ ਲੈਣ ਦੇਣ ਹੁੰਦਾਗਾ ਇੱਕ ਸਾਲ ਦੇ ਵਿੱਚ, ਉਹਨੂੰ ਆਪਾਂ ਭੁਗਤਾਨ ਸੰਤੁਲਨ ਕਹਿੰਦੇ ਆ, ਠੀਕ ਹੈ ਜੀ। ਭੁਗਤਾਨ ਸੰਤੁਲਨ ਦੀਆਂ 2 ਮਦਾਂ ਨੇ, 2 ਟਾਈਪਸ ਨੇ, ਕਿਹੜੀਆਂ ਨੇ, ਚਾਲੂ ਖਾਤੇ ਦੀਆਂ ਮਦਾਂ ਅਤੇ ਪੂੰਜੀ ਖਾਤੇ ਦੀਆਂ ਮਦਾਂ। ਚਾਲੂ ਖਾਤੇ ਦੀ ਮਦਾਂ ਵਿੱਚ ਕੀ ਹੁੰਦਾਗਾ, ਚਾਲੂ ਖਾਤੇ ਦੀ ਮਦਾਂ ਇਹਦੇ ਵਿੱਚ ਸਾਰੇ ਜਿੰਨੇ ਵੀ ਦਿਖਣ ਵਾਲੀਆਂ ਚੀਜ਼ਾਂ ਨੇ ਜਿਵੇਂ ਮਸ਼ੀਨ, ਚਾਹ, ਤਮਾਕੂ ਆਦਿ ਵਸਤੂ ਜਿਹੜੇ ਵੀ ਹੁੰਦੇ ਨੇ ਉਹ ਜਿਹਨੂੰ ਆਪਾਂ ਦੇਖ ਸਕਦੇ ਹਾਂ ਉਹਦਾ ਆਯਾਤ ਨਿਰਯਾਤ ਸ਼ਾਮਿਲ ਹੁੰਦਾ ਚਾਲੂ ਖਾਤੇ ਦੇ ਵਿੱਚ। ਤੇ ਇਹਨਾਂ ਆਯਾਤ ਨਿਰਯਾਤ ਦੇ ਅੰਤਰ ਨੂੰ ਵਪਾਰ ਬਾਕੀ ਕਿਹਾ ਜਾਂਦਾਗਾ। अंतर मतलब जिन्ना आप आयात करते हो और जिन्ना निर्यात करते हैं वो दोनों का जो डिफरेंस कटांगे, डिफरेंस मतलब माइनस करांगे वो दोनों तद की होगा वो व्यापार बाकी होगा। तो व्यापार बाकी नैगेटिव भी हो सकता, पॉजिटिव भी हो सकता गा, ठीक है जी। अदृश्य ਇਹਦੇ ਵਿੱਚ ਦ੍ਰਿਸ਼ ਯਾਨੀ ਦਿਖਣ ਵਾਲੀਆਂ ਵਸਤੂਆਂ ਵੀ ਸ਼ਾਮਿਲ ਹੁੰਦੀਆਂ ਤੇ ਨਾ ਦਿਖਣ ਵਾਲੀਆਂ ਵਸਤੂਆਂ ਕਿਹੜੀਆਂ ਹੋ ਸਕਦੀਆਂ ਨੇ, ਜਿਹੜੇ ਕਿ ਬੀਮਾ ਕੰਪਨੀਆਂ, ਬੈਂਕ, ਜਹਾਜ਼ ਰਾਣੀ, ਡਾਕਟਰਾਂ, ਇੰਜੀਨੀਅਰਿੰਗ। ਯਾਨੀ ਅਦ੍ਰਿਸ਼ ਦੇ ਵਿੱਚ ਸਿਰਫ ਸੇਵਾ ਸ਼ਾਮਿਲ ਹੁੰਦੀ ਹੈ, ਇਹਦੇ ਵਿੱਚ ਵਸਤੂ ਸ਼ਾਮਿਲ ਹੋ ਗਈ, ਇਹਦੇ ਵਿੱਚ ਸੇਵਾਵਾਂ ਜਿੰਨੀਆਂ ਵੀ ਸ਼ਾਮਿਲ ਹੁੰਦੀਆਂ ਨੇ ਉਹ ਸ਼ਾਮਿਲ ਹੁੰਦੀਆਂ ਨੇ। ਵਿਦੇਸ਼ੀ ਯਾਤਰਾਵਾਂ, ਸਰਕਾਰੀ ਲੈਣ ਦੇਣ, ਨਿਵੇਸ਼, ਆਮਦਨ, ਦਾਨ, ਵਿਗਿਆਪਨ ਆਦਿ ਦਾ ਆਯਾਤ ਨਿਰਯਾਤ ਸ਼ਾਮਿਲ ਹੁੰਦਾ ਗਾ, ਠੀਕ ਹੈ। ਚਾਲੂ ਖਾਤੇ ਦੀਆਂ ਮਦਾਂ ਦੇ ਵਿੱਚ ਕੀ ਨੇ, ਦ੍ਰਿਸ਼ ਅਤੇ ਅਦ੍ਰਿਸ਼ ਜਿਹੜੀਆਂ ਚੀਜ਼ਾਂ ਨੇ ਉਹ ਸ਼ਾਮਿਲ ਹੁੰਦੀਆਂ ਹਨ। ਪੂੰਜੀ ਖਾਤੇ ਦੀਆਂ ਮਦਾਂ ਦੇ ਵਿੱਚ ਕੀ ਹੁੰਦਾਗਾ, ਪੂੰਜੀ ਖਾਤੇ ਦੀਆਂ ਮਦਾਂ ਦੇ ਵਿੱਚ ਉਹ ਕੀ ਹੁੰਦੇ ਨੇ, ਨਿੱਜੀ ਕਰਜ਼ੇ ਸ਼ਾਮਿਲ ਹੁੰਦੇ ਹਨ, ਬੈਂਕ ਪੂੰਜੀ, ਸਰਕਾਰੀ ਪੂੰਜੀ, ਸੋਨੇ ਦਾ ਆਯਾਤ ਨਿਰਯਾਤ ਇਹਦੇ ਵਿੱਚ ਸ਼ਾਮਿਲ ਹੁੰਦਾਗਾ, ਠੀਕ ਹੈ ਜੀ।
ਨੈਕਸਟ ਕੁਐਸਚਨ ਕੀ ਆਪਣਾ ਨੈਕਸਟ ਕੁਐਸਚਨ ਹੈ ਮੌਦਰਿਕ ਨੀਤੀ ਦੀ ਪਰਿਭਾਸ਼ਾ ਦਿਓ, ਇਸ ਦੀਆਂ ਮੁੱਖ 2 ਵਿਧੀਆਂ ਕਿਹੜੀਆਂ ਹਨ। ਮੌਦਰਿਕ ਨੀਤੀ ਕੀ ਹੁੰਦੀ ਹੈ? ਮੌਦਰਿਕ ਨੀਤੀ ਮੈਂ ਤੁਹਾਨੂੰ ਦੱਸਿਆ ਸੀਗਾ, ਮੌਦਰਿਕ ਨੀਤੀ ਜਿਹੜੀ ਮੁਦਰਾ ਨਾਲ ਸੰਬੰਧਿਤ ਹੁੰਦੀ ਹੈ, ਯਾਨੀ ਕਿ ਮੁਦਰਾ ਨੂੰ ਕੰਟਰੋਲ ਕਰਨ ਦੇ ਲਈ ਜਿਹੜੀ ਰਿਜ਼ਰਵ ਬੈਂਕ ਆ ਔਰ ਸਰਕਾਰ ਦੁਆਰਾ ਜਿਹੜਾ ਹੈਗਾ ਇਹ ਨੀਤੀ ਅਪਣਾਈ ਜਾਂਦੀ ਹੈ। ਮੌਦਰਿਕ ਨੀਤੀ ਉਹ ਨੀਤੀ ਹੈ ਜਿਸ ਦੁਆਰਾ ਦੇਸ਼ ਦੀ ਸਰਕਾਰ ਜਾਂ ਕੇਂਦਰੀ ਬੈਂਕ ਨਿਸ਼ਚਿਤ ਟੀਚਿਆਂ ਦੀ ਪ੍ਰਾਪਤੀ ਕਰਨ ਦੇ ਲਈ ਮੁਦਰਾ ਦੀ ਲਾਗਤ, ਮੁਦਰਾ ਦੀ ਪੂਰਤੀ, ਮੁਦਰਾ ਦੀ ਵਿਆਜ ਦਰ ਅਤੇ ਮੁਦਰਾ ਦੀ ਉਪਲਬਧੀ ਨੂੰ ਕੀ ਕਰਦੀ ਹੈ? ਕੰਟਰੋਲ ਕਰਕੇ ਰੱਖਦੀ ਹੈ। ਠੀਕ ਹੈ, ਇਹ ਜਿਹੜੀ ਨੀਤੀ ਹੈ ਮੌਦਰਿਕ ਨੀਤੀ, ਇਹਦੇ ਕਈ ਉਦੇਸ਼ ਹੁੰਦੇ ਹਨ। ਠੀਕ ਹੈ, ਇਹ ਉਦੇਸ਼ ਕੀ ਹੁੰਦੇ ਹਨ ਕਿ ਪੂਰਨ ਰੁਜ਼ਗਾਰ ਪ੍ਰਾਪਤ ਕੀਤਾ ਜਾ ਸਕੇ, ਆਰਥਿਕ ਸਥਿਰਤਾ ਆਰਥਿਕ ਵਿਕਾਸ ਕੀਤਾ ਜਾ ਸਕੇ ਅਤੇ ਕੀਮਤ ਪੱਧਰ ਦੇ ਵਿੱਚ ਸਥਿਰਤਾ ਲੈ ਕੇ ਆਈ ਜਾ ਸਕੇ। ਠੀਕ ਹੈ ਜੀ, ਇਹਦੇ ਲਈ ਆਪਾਂ ਮੋਨੇਟਰੀ ਸਿਸਟਮ ਜਿਹੜੀ ਹੈ ਗਵਰਨਮੈਂਟ ਅਪਣਾਉਂਦੀ ਹੁੰਦੀ ਆ। ਤੇ ਇਹਦੇ ਉਪਾਅ ਕੀ ਨੇ? ਮਤਲਬ ਇਹਨੂੰ ਮੌਦਰਿਕ ਨੀਤੀ ਨੂੰ ਮੌਦਰਿਕ ਨੀਤੀ ਕਿਵੇਂ ਕੰਮ ਕਰਦੀ ਹੈ, ਇਹਦੇ ਤਰੀਕੇ ਕਿਹੜੇ ਨੇ, ਕਿਵੇਂ ਆਪਾਂ ਮੌਦਰਿਕ ਨੀਤੀ ਨੂੰ ਅਪਲਾਈ ਕਰ ਸਕਦੀ ਹੈ ਸਰਕਾਰ। ਠੀਕ ਹੈ, ਉਹ ਕਿਵੇਂ ਕਰ ਸਕਦੀ ਹੈ? ਇਹਦੇ 5 ਨੇ ਉਪਾਅ। ਕਿਹੜੇ? ਬੈਂਕ ਦਰ ਤੁਹਾਨੂੰ ਦੱਸਿਆ ਸੀ। ਬੈਂਕ ਦਰ ਕਿਹੜਾ ਹੁੰਦਾ ਗਾ? ਬੈਂਕ ਦਰ ਜਿਹੜਾ ਰਿਜ਼ਰਵ ਬੈਂਕ ਦੁਆਰਾ ਕਮਰਸ਼ੀਅਲ ਬੈਂਕ ਤੋਂ ਕੀ ਲਿਆ ਜਾਂਦਾ ਗਾ? ਇੰਟਰਸਟ ਲਿਆ ਜਾਂਦਾ। ਕਮਰਸ਼ੀਅਲ ਬੈਂਕ ਕਿਹੜੇ ਹੁੰਦੇ ਨੇ? ਜਿਹੜੇ ਜਿਵੇਂ HDFC ਬੈਂਕ ਹੋ ਗਏ, ਜਿਹੜੇ ਆਮ ਬੈਂਕਾਂ ਨੇ ਜਿਨ੍ਹਾਂ ਨਾਲ ਆਪਾਂ ਸੰਪਰਕ ਕਰਦੇ ਹਾਂ ਬੈਂਕਾਂ ਨਾਲ, ਉਹ ਕਮਰਸ਼ੀਅਲ ਬੈਂਕ ਆ ਗਏ। ਤੇ ਕਮਰਸ਼ੀਅਲ ਬੈਂਕ ਵੀ ਇੰਟਰਸਟ ਪੇ ਕਰਦੀ ਹੈ ਕਿਹਨੂੰ? ਰਿਜ਼ਰਵ ਬੈਂਕ ਨੂੰ। ਤਾਂ ਜੋ ਇੰਟਰਸਟ ਉਹਨਾਂ ਨੂੰ ਪੇ ਕਰਦੀ ਹੈ ਉਹ ਬੈਂਕ ਦਰ ਹੁੰਦਾ ਗਾ। ਠੀਕ ਹੈ ਜੀ, ਖੁੱਲ੍ਹੇ ਬਾਜ਼ਾਰ ਦੀਆਂ ਕਿਰਿਆਵਾਂ ਇਹਦੇ ਵਿੱਚ ਕੀ ਕਰਦੀ ਹੈ? ਖੁੱਲ੍ਹੇ ਬਾਜ਼ਾਰ ਦੀਆਂ ਕਿਰਿਆਵਾਂ ਦੇ ਵਿੱਚ ਜਿਹੜੀ ਬੈਂਕਸ ਨੇ ਉਹ ਕੀ ਕਰਦੀਆਂ ਹੁੰਦੀਆਂ ਨੇ? ਪ੍ਰਤੀਭੂਤੀਆਂ ਨੂੰ ਵੇਚਦੀ ਹੈ। ਤੇ ਰਿਜ਼ਰਵ ਬੈਂਕ ਕੀ ਕਰਦੀ ਹੁੰਦੀ ਆ? ਜਦੋਂ ਦੇਖਦੀ ਹੁੰਦੀ ਆ ਕਿ ਉਹ ਹੈ ਮੰਦੀ ਹੈ ਜਾਂ ਤੇਜ਼ੀ ਹੈ ਤਾਂ ਉਹ ਇਸ ਖੁੱਲ੍ਹੇ ਬਾਜ਼ਾਰ ਦੀਆਂ ਕਿਰਿਆਵਾਂ ਨੂੰ ਅਪਣਾ ਕੇ ਉਹਨੂੰ ਕੀ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੀ ਹੈ। ਠੀਕ ਹੈ ਜੀ, ਤੇ ਨਿਊਨਤਮ ਨਗਦ ਨਿਧੀ ਅਨੁਪਾਤ ਦੇ ਵਿੱਚ ਕੀ ਆ ਕਿ ਜੋ ਮਤਲਬ ਉਹ ਰਿਜ਼ਰਵ ਬੈਂਕ ਹੈ ਉਹ ਕਹਿੰਦੀ ਹੈ ਕਿ ਤੁਸੀਂ ਆਪਣੇ ਕੋਲ ਇੰਨਾ ਜੋ ਹੈ ਪੈਸਾ ਤੁਹਾਡੇ ਕੋਲ ਹੋਣਾ ਚਾਹੀਦਾ ਗਾ। ਠੀਕ ਹੈ, ਜੋ ਮਤਲਬ ਰਿਜ਼ਰਵ ਬੈਂਕ ਦੀ ਹਦਾਇਤ ਹੁੰਦੀ ਹੈ ਕਿ ਤੁਹਾਡੇ ਕੋਲ ਇੰਨਾ ਪੈਸਾ ਜਮ੍ਹਾਂ ਹੋਣਾ ਚਾਹੀਦਾ ਗਾ। ਬਾਕੀ ਤੁਸੀਂ ਜਿੰਨੇ ਪੈਸੇ ਤੁਹਾਡੇ ਕੋਲ ਬਚ ਜਾਂਦੇ ਨੇ ਉਹ ਤੁਸੀਂ ਕੀ ਕਰ ਸਕਦੇ ਹੋ? ਕਰਜ਼ੇ ਦੇ ਉੱਤੇ ਦੇ ਸਕਦੇ ਹੋ, ਕਿਸੇ ਨੂੰ ਲੋਨ ਵਗੈਰਾ ਦੇ ਸਕਦੇ ਹੋ। ਠੀਕ ਹੈ ਜੀ, ਤਰਲਤਾ ਅਨੁਪਾਤ ਦੇ ਵਿੱਚ ਕੀ ਹੁੰਦਾ? ਤਰਲਤਾ ਅਨੁਪਾਤ ਦੇ ਵਿੱਚ ਜੋ ਤਰਲਤਾ ਅਨੁਪਾਤ ਵੀ ਕੀ ਹੈ? ਤੇਜ਼ੀ ਅਤੇ ਮੰਦੀ ਨੂੰ ਕੀ ਕਰਦੀ ਹੈ? ਕੰਟਰੋਲ ਕਰਨ ਦੇ ਵਿੱਚ ਹੈਲਪਫੁਲ ਹੁੰਦੀ ਹੈ। ਕਰਜ਼ਿਆਂ ਦੀ ਸੀਮਾਂਤ ਲੋੜ ਵਿੱਚ ਪਰਿਵਰਤਨ। ਸੀਮਾਂਤ ਲੋੜ ਦੇ ਯਾਨੀ ਕਿ ਕਰਜ਼ੇ ਕਦੋਂ ਦੇਣੇ ਨੇ, ਕਦੋਂ ਇੰਟਰਸਟ ਵਧਾਉਣਾ ਹੈ, ਇੰਟਰਸਟ ਜੋ ਵਿਆਜ ਦਰ ਹੈ ਵਧਾਉਣਾ, ਕਦੋਂ ਘਟਾਉਣਾ। ਠੀਕ ਹੈ, ਇਹਦੇ ਦੁਆਰਾ ਤੇਜ਼ੀ ਮੰਦੀ ਨੂੰ ਕੰਟਰੋਲ ਕੀਤਾ ਜਾਂਦਾ ਹੈ। ਸਰਕਾਰ ਇਹਨਾਂ ਵਿੱਚ ਪਰਿਵਰਤਨ ਕਰਕੇ ਤੇਜ਼ੀ ਅਤੇ ਮੰਦੀ ਨੂੰ ਕੰਟਰੋਲ, ਇਹ 5 ਉਪਾਅ ਜਿਹੜੇ ਹੈਗੇ ਨੇ ਇਹਦੇ ਦੁਆਰਾ ਕੀ ਕਰਦੀ ਹੈ? ਤੇਜ਼ੀ ਅਤੇ ਮੰਦੀ, ਬੂਮ ਅਤੇ ਇਨਫਲੇਸ਼ਨ, ਤੇਜ਼ੀ ਅਤੇ ਮੰਦੀ ਨੂੰ ਕੀ ਕਰਦੀ ਹੈ? ਕੰਟਰੋਲ ਕਰਦੀ ਹੈ। ਠੀਕ ਹੈ ਜੀ, ਜੋ ਇਹਦੇ ਵਿੱਚ ਆਪਾਂ ਨੇ ਮੋਨੇਟਰੀ ਸਿਸਟਮ ਪੜ੍ਹਿਆ ਸੀਗਾ ਉਹਦੇ ਵਿੱਚ ਪੜ੍ਹੀਓ, ਪੂਰੀ ਐਕਸਪਲੇਨੇਸ਼ਨ ਮੈਂ ਤੁਹਾਨੂੰ ਕੀਤੀ ਹੋਈ ਹੈ, ਤੁਹਾਨੂੰ ਪੂਰਾ ਪਰਫੈਕਟਲੀ ਸਮਝ ਆ ਜਾਊਗਾ। ਠੀਕ ਹੈ ਜੀ, ਇੱਥੇ ਸਿਰਫ ਤੁਹਾਨੂੰ ਨਾਮ ਲਿਖੇ ਨੇ, ਇਸ ਕਰਕੇ ਮੈਂ ਜ਼ਿਆਦਾ ਡੂੰਘਾਈ ਦੇ ਨਾਲ ਮੈਂ ਤੁਹਾਨੂੰ ਨਹੀਂ ਦੱਸਿਆ, ਪਰ ਲੈਸਨ ਦੇ ਵਿੱਚ ਮੈਂ ਪੂਰਾ ਤੁਹਾਨੂੰ ਇਹ ਡਿਟੇਲ ਦੇ ਵਿੱਚ ਦੱਸਿਆ ਕਿ ਹੁੰਦਾ ਕੀ ਹੈ। ਇਹਦੇ ਵਿੱਚ ਸਿਰਫ ਮੈਂ ਤੁਹਾਨੂੰ ਨਾਮ ਤੇ ਥੋੜੀ ਹਿੰਟ ਦਿੱਤੀ ਆ। ਠੀਕ ਹੈ ਜੀ, ਨੈਕਸਟ ਕੁਐਸਚਨ ਕੀ ਹੈ? ਰਾਜਕੋਸ਼ੀ ਕੀ ਹੈ? ਫਿਸਕਲ ਪਾਲਿਸੀ। ਹੁਣ ਪਹਿਲੇ ਮੋਨੇਟਰੀ ਪਾਲਿਸੀ, ਹੁਣ ਕੀ ਹੈ? ਫਿਸਕਲ ਪਾਲਿਸੀ। ਤੇ ਇਹਦੀਆਂ ਵਿਧੀਆਂ ਕਿਹੜੀਆਂ ਨੇ? ਫਿਸਕਲ ਪਾਲਿਸੀ ਹੁੰਦੀ ਹੈ ਸਰਕਾਰ ਦੀ ਆਮਦਨ ਅਤੇ ਖਰਚ ਸੰਬੰਧੀ ਜਿਹੜੀ ਨੀਤੀ ਹੁੰਦੀ ਹੈ ਉਹਨੂੰ ਆਪਾਂ ਫਿਸਕਲ ਪਾਲਿਸੀ ਕਹਿੰਦੇ ਆ। ਠੀਕ ਹੈ ਜੀ, ਇਹਦੇ ਵਿੱਚ ਸਰਕਾਰ ਦੀ ਆਮਦਨ, ਖਰਚ ਅਤੇ ਦੇ ਕਰਜ਼ੇ ਦੇ ਬਾਰੇ ਪੜ੍ਹਦੇ ਆ ਫਿਸਕਲ ਪਾਲਿਸੀ ਦੇ ਵਿੱਚ। ਇਹਦੇ ਤਰੀਕੇ ਕਿਹੜੇ ਨੇ? ਤਰੀਕੇ ਕੀ ਨੇ? ਸਰਵਜਨਕ ਆਮਦਨ, ਯਾਨੀ ਜਿੱਥੋਂ ਨੂੰ ਆਮਦਨ ਪ੍ਰਾਪਤ ਹੁੰਦੀ ਹੈ। ਆਮਦਨ ਕਿੱਥੋਂ ਪ੍ਰਾਪਤ ਹੁੰਦੀ ਹੈ? ਟੈਕਸ ਤੋਂ। ਸਰਵਜਨਕ ਕਰਜ਼ੇ ਲੈ ਕੇ, ਘਾਟੇ ਦੀ ਵਿੱਤ ਵਿਵਸਥਾ ਅਪਣਾ ਕੇ। ਖਰਚੇ ਕਿੱਥੇ ਕਰਦੀ ਹੈ? ਜੋ ਵੀ ਉਹ ਖਰਚੇ ਕਰਦੀ ਹੈ ਸਰਵਜਨਕ ਕਲਿਆਣ ਲਈ ਜਾਂ ਭਲਾਈ ਲਈ ਜਾਂ ਫਿਰ ਉਤਪਾਦਨ ਨੂੰ ਵਧਾਉਣ ਦੇ ਲਈ, ਮੰਗ ਨੂੰ ਵਧਾਉਣ ਲਈ, ਜਾਂ ਫਿਰ ਲੋਕ ਕਲਿਆਣ ਦੇ ਲਈ, ਜਾਂ ਫਿਰ ਵਜ਼ੀਫੇ, ਚੈਰਿਟੀ ਵਗੈਰਾ ਦਿੰਦੀ ਹੈ। ਇਹ ਸਾਰੇ ਉਹਦੇ ਖਰਚੇ ਆ ਜਾਂਦੇ ਨੇ, ਸ਼ਾਮਿਲ ਹੋ ਜਾਂਦੇ ਨੇ। ਠੀਕ ਹੈ, ਇਹ ਆਪਣਾ ਲਾਸਟ ਕੁਐਸਚਨ ਸੀ। ਟੋਟਲ 20 ਕੁਐਸਚਨ ਨੇ, ਲੌਂਗ ਆਪਣੇ ਇੱਥੇ ਕੰਪਲੀਟ ਹੋ ਜਾਂਦੇ ਨੇ। ਤੇ ਆਪਣਾ ਪੂਰਾ ਲੈਸਨ ਕਵਰ ਹੋ ਗਿਆ। ਆਪਾਂ ਨੇ ਕੁਐਸਚਨ ਆਨਸਰ ਵੀ ਡਿਸਕਸ ਕਰ ਲਿਆ ਤੇ ਪੂਰਾ ਲੈਸਨ ਵੀ ਕੰਪਲੀਟ ਕਰ ਲਿਆ। ਤੇ ਇੱਥੇ ਆਪਣਾ ਬੇਸਿਕ ਕਨਸੈਪਟ ਪੂਰਾ ਖਤਮ ਹੋ ਜਾਂਦਾ ਗਾ। ਇਹੀ ਫਸਟ ਲੈਸਨ ਹੀ ਤੁਹਾਨੂੰ ਬਹੁਤ ਔਖਾ ਲੱਗੂਗਾ ਕਿਉਂਕਿ ਇਹਦੇ ਵਿੱਚ ਐਸੇ ਵਰਡ ਨੇ ਜੋ ਸ਼ਾਇਦ ਤੁਸੀਂ ਨਾ ਸੁਣੇ ਹੋਣ, ਪਰ ਹੈ ਬੜਾ ਇੰਟਰਸਟਿੰਗ। ਜੇ ਤੁਸੀਂ ਧਿਆਨ ਨਾਲ ਇਹਨੂੰ ਪੜ੍ਹੋਗੇ ਤਾਂ ਤੁਹਾਨੂੰ ਸਮਝ ਆ ਜਾਊਗਾ ਪੂਰਾ। ਥੈਂਕ ਯੂ ਫॉर वाचिंग माय वीडियो। प्लीज़ लाइक एंड शेयर एंड सब्सक्राइब माय चैनल।